students, welcome to Amrit Senior Secondary School's online classes. Welcome to SST class. ਅੱਜ ਅਸੀਂ ਸਾਡੀ ਸਮਾਜੀ ਸਿੱਖਿਆ ਦੇ ਤੀਸਰੇ ਭਾਗ ਇਤਿਹਾਸ ਦੇ ਦੂਸਰੇ ਪਾਠ ਜਿਸ ਦਾ ਨਾਂ ਹੈ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਪੜ੍ਹ ਰਹੇ ਹਾਂ। ਇਸ ਤੋਂ ਪਹਿਲੇ ਦੇ ਭਾਗਾਂ ਵਿੱਚ ਅਸੀਂ ਰਾਜਨੀਤਿਕ ਅਵਸਥਾ ਅਤੇ ਸਮਾਜਿਕ ਅਵਸਥਾ ਵਿੱਚ ਮੁਸਲਮਾਨਾਂ ਦੀ ਸਮਾਜਿਕ ਅਵਸਥਾ ਬਾਰੇ ਪੜ੍ਹਿਆ ਅਤੇ ਵਿਸਤਾਰ ਨਾਲ ਸਮਝਿਆ। ਅਸੀਂ ਅੱਜ ਦੇ ਭਾਗ ਵਿੱਚ ਇਸ ਪਾਠ ਦਾ ਆਖਰੀ ਟੌਪਿਕ ਹਿੰਦੂਆਂ ਦੀ ਸਮਾਜਿਕ ਦਸ਼ਾ ਬਾਰੇ ਪੜ੍ਹਾਂਗੇ, ਜੋ ਕਿ ਈ ਬੁੱਕ ਦੇ ਪੇਜ ਨੰਬਰ 14-15  'ਤੇ ਹੈ। ਆਓ ਅਸੀਂ ਆਪਣਾ ਪਾਠ ਪੜ੍ਹਨਾ ਸ਼ੁਰੂ ਕਰਦੇ ਹਾਂ। ਸਾਡਾ ਅੱਜ ਦਾ ਟੌਪਿਕ ਹੈ ਹਿੰਦੂਆਂ ਦੀ ਸਮਾਜਿਕ ਦਸ਼ਾ, ਸੋਸ਼ਲ ਕੰਡੀਸ਼ਨ ਆਫ ਦਾ ਹਿੰਦੂਜ਼। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ਦੀ ਸਮਾਜਿਕ ਦਸ਼ਾ ਬੜੀ ਭੈੜੀ ਸੀ। ਉਹਨਾਂ ਨੂੰ ਜਿਮੀ ਜਾਂ ਦਾਸ ਸਮਝਿਆ ਜਾਂਦਾ ਸੀ। ਉਹਨਾਂ ਨੂੰ ਜਜ਼ੀਆ ਤੇ ਧਾਰਮਿਕ ਤੀਰਥ ਯਾਤਰਾ ਕਰ ਦੇਣੇ ਪੈਂਦੇ ਸਨ। ਕਾਰੂ ਗ੍ਰਹਿਣ ਲੱਗਿਆਂ ਹਿੰਦੂਆਂ ਉੱਤੇ ਸਖਤੀ ਕੀਤੀ ਜਾਂਦੀ ਸੀ। ਉਸ ਸਖਤੀ ਤੋਂ ਬਚਣ ਲਈ ਹਿੰਦੂ ਲੋਕ ਇਸਲਾਮ ਮਤ ਵੀ ਧਾਰਨ ਕਰ ਲੈਂਦੇ ਸਨ। ਹਿੰਦੂ ਫਕੀਰ ਅਧਿਆਤਮਕ ਸਿੱਖਿਆ ਦਾ ਪ੍ਰਚਾਰ ਵੀ ਨਹੀਂ ਕਰ ਸਕਦੇ ਸਨ। ਹੁਕਮ ਅਦੂਲੀ ਕਰਨ ਵਾਲੇ ਨੂੰ ਹੁਕਮ ਨਾ ਮੰਨਣ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਜਾਂ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਹਿੰਦੂਆਂ ਨੂੰ ਧਾਰਮਿਕ ਸੁਤੰਤਰਤਾ ਪ੍ਰਾਪਤ ਨਹੀਂ ਸੀ। ਉਹਨਾਂ ਨੂੰ ਸੁਰੱਖਿਆ ਵੀ ਨਹੀਂ ਸੀ ਮਿਲਦੀ। ਸਿੱਟੇ ਵਜੋਂ ਉਸ ਸਮੇਂ ਦੇ ਹਿੰਦੂਆਂ ਦੀ ਸਮਾਜਿਕ ਦਸ਼ਾ ਬਹੁਤ ਭੈੜੀ ਸੀ। ਬੱਚੋ, ਆਓ ਅਸੀਂ ਇਸ ਪੁਆਇੰਟ ਨੂੰ ਵਿਸਤਾਰ ਦੇ ਨਾਲ ਸਮਝਦੇ ਹਾਂ। 16ਵੀਂ ਸਦੀ ਦੇ ਸ਼ੁਰੂ ਵਿੱਚ ਭਾਵ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਸਮਾਜਿਕ ਦਸ਼ਾ ਬਹੁਤ ਖਰਾਬ ਸੀ, ਕਿਉਂਕਿ ਸ਼ਾਸਕ ਵਰਗ ਮੁਸਲਮਾਨਾਂ ਨਾਲ ਸੰਬੰਧ ਰੱਖਦੇ ਸਨ। ਇਸ ਲਈ ਹਿੰਦੂਆਂ ਨੂੰ ਸਾਰੇ ਅਧਿਕਾਰਾਂ ਤੋਂ ਵਾਂਝਿਆ ਰੱਖਿਆ ਜਾਂਦਾ ਸੀ। ਉਹਨਾਂ ਨੂੰ ਕਾਫਿਰ ਤੇ ਜਿਮੀ ਕਹਿ ਕੇ ਸੱਦਿਆ ਜਾਂਦਾ ਸੀ। ਉਹਨਾਂ ਤੋਂ ਜਜ਼ੀਆ ਅਤੇ ਯਾਤਰਾ ਕਰ ਬੜੀ ਸਖਤੀ ਨਾਲ ਲਿਆ ਜਾਂਦਾ ਸੀ। ਜੇ ਤਾਂ ਇਸ ਸਖਤੀ ਨੂੰ ਸਹਿਣ ਕਰ ਲੈਂਦੇ ਸੀ ਤਾਂ ਉਹ ਹਿੰਦੂ ਧਰਮ ਵਿੱਚ ਬਣੇ ਰਹਿੰਦੇ ਸਨ, ਅਤੇ ਜੇ ਕੋਈ ਕਮਜ਼ੋਰ ਦਿਲ ਵਾਲਾ ਇਹਨਾਂ ਸਖਤੀਆਂ ਅਤੇ ਇਹਨਾਂ ਅਤਿਆਚਾਰਾਂ ਨੂੰ ਨਹੀਂ ਸਹਿ ਪਾਉਂਦਾ ਸੀ, ਉਹ ਮੁਸਲਿਮ ਧਰਮ ਕਬੂਲ ਕਰ ਲੈਂਦਾ ਸੀ ਅਤੇ ਆਪਣੀ ਜਾਨ ਛੁਡਾਉਂਦਾ ਸੀ। ਕਿਉਂਕਿ ਸ਼ਾਸਕ ਵਰਗ ਮੁਸਲਮਾਨਾਂ 'ਤੇ ਅਤਿਆਚਾਰ ਅਤੇ ਸਖਤੀਆਂ ਨਹੀਂ ਸਨ ਕਰਦੇ, ਉਹਨਾਂ ਨੂੰ ਛੋਟੀ ਛੋਟੀ ਗੱਲ ਲਈ ਪਰੇਸ਼ਾਨ ਨਹੀਂ ਕੀਤਾ ਜਾਂਦਾ ਸੀ। ਲੋਕਾਂ ਨੂੰ ਇੰਨਾ ਪਰੇਸ਼ਾਨ ਕੀਤਾ ਜਾਂਦਾ ਸੀ ਕਿ ਹਿੰਦੂ ਧਰਮ ਦੇ ਲੋਕ ਆਪਣੇ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੇ ਸਨ। ਜੇਕਰ ਤਾਂ ਉਹ ਅਜਿਹਾ ਕਰਦੇ ਤਾਂ ਉਹਨਾਂ ਨੂੰ ਕਈ ਕਸ਼ਟ ਸਹਿਣੇ ਪੈਂਦੇ ਸਨ। ਕਹਿਣਾ ਨਾ ਮੰਨਣ ਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਅਤੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਸੀ। ਕਹਿਣ ਤੋਂ ਭਾਵ ਹੈ ਕਿ ਹਿੰਦੂਆਂ ਦੀ ਦਸ਼ਾ ਬਹੁਤ ਹੀ ਜ਼ਿਆਦਾ ਖਰਾਬ ਸੀ, ਕਿਉਂਕਿ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਸੀ। ਬੱਚਿਓ, ਆਓ ਅਸੀਂ ਹੁਣ ਆਪਣਾ ਅੱਗੋਂ ਪਾਠ ਪੜ੍ਹਦੇ ਹਾਂ। ਸਾਡਾ ਨੈਕਸਟ ਟੌਪਿਕ ਹੈ ਜਾਤ ਪਾਤ, ਕਲਾਸ ਸਿਸਟਮ। ਉਸ ਸਮੇਂ ਦਾ ਹਿੰਦੂ ਸਮਾਜ ਬ੍ਰਾਹਮਣਾਂ, ਖੱਤਰੀ, ਵੈਸ਼ ਅਤੇ ਸ਼ੂਦਰ ਵਿੱਚ ਵੰਡਿਆ ਹੋਇਆ ਸੀ। ਇਹਨਾਂ ਜਾਤਾਂ ਤੋਂ ਬਿਨਾਂ ਹੋਰ ਵੀ ਉਪਜਾਤਾਂ ਪੈਦਾ ਹੋ ਚੁੱਕੀਆਂ ਸਨ। ਬ੍ਰਾਹਮਣ ਸਮਾਜ ਪ੍ਰਤੀ ਆਪਣੇ ਫਰਜ਼ ਭੁੱਲ ਕੇ ਸੁਆਰਥੀ ਬਣ ਗਏ ਸਨ। ਕੁਲੀਨ ਹੋਣ ਕਰਕੇ ਉਹਨਾਂ ਨੂੰ ਜਜ਼ੀਆ ਨਹੀਂ ਸੀ ਦੇਣਾ ਪੈਂਦਾ, ਇਸ ਲਈ ਉਹ ਮੁਸਲਮਾਨ ਹਾਕਮਾਂ ਦੀ ਖੁਸ਼ਾਮਦ ਕਰਕੇ ਆਪਣੀ ਸ਼੍ਰੇਣੀ ਨੂੰ ਸੁਰੱਖਿਅਤ ਰੱਖਦੇ ਸਨ। ਬ੍ਰਾਹਮਣ ਨੇ ਹਿੰਦੂ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਬੇਲੋੜੇ ਸੰਸਕਾਰਾਂ ਵਿੱਚ ਫਸਾ ਦਿੱਤਾ ਸੀ। ਸੰਸਕਾਰਾਂ ਦੇ ਨਾਂ 'ਤੇ ਬ੍ਰਾਹਮਣ ਪੈਸਾ ਕਮਾਉਣ ਲੱਗੇ ਹੋਏ ਸਨ। ਉਹ ਛੂਤ ਛਾਤ ਦਾ ਵੀ ਪ੍ਰਚਾਰ ਵੀ ਕਰਦੇ ਸਨ। ਹਿੰਦੂਆਂ ਦੀਆਂ ਜਾਤਾਂ ਅਤੇ ਉਪਜਾਤਾਂ ਦਾ ਆਪਸੀ ਮੇਲ ਜੋਲ ਘੱਟ ਸੀ। ਉਹਨਾਂ ਦੇ ਰਸਮਾਂ ਰਿਵਾਜ ਵੱਖਰੇ ਵੱਖਰੇ ਸਨ। ਵੈਸ਼ ਅਤੇ ਖੱਤਰੀਆਂ ਦੀ ਹਾਲਤ ਠੀਕ ਸੀ। ਸ਼ੂਦਰਾਂ ਦੀ ਹਾਲਤ ਬੜੀ ਭੈੜੀ ਸੀ। ਉਹਨਾਂ ਦੀਆਂ ਬਸਤੀਆਂ ਪਿੰਡਾਂ ਤੋਂ ਬਾਹਰ ਸਨ। ਉਹਨਾਂ ਲਈ ਮੰਦਰਾਂ ਅਤੇ ਤੀਰਥਾਂ ਦੇ ਦਰਵਾਜ਼ੇ ਬੰਦ ਸਨ। ਜੇਕਰ ਤਾਂ ਕਿਸੇ ਬ੍ਰਾਹਮਣ ਜਾਂ ਉੱਚ ਜਾਤੀ ਦੇ ਨਾਲ ਲੱਗ ਜਾਣ ਨੂੰ ਗੁਨਾਹ ਸਮਝਿਆ ਜਾਂਦਾ ਸੀ। ਉਸ ਕਾਲ ਦੇ ਹਿੰਦੂ ਸਮਾਜ ਵਿੱਚ ਸ਼ੂਦਰਾਂ ਦੀ ਹਾਲਤ ਬਹੁਤ ਮਾੜੀ ਸੀ। ਬੱਚਿਓ, ਆਓ ਅਸੀਂ ਇਸ ਪੁਆਇੰਟ ਨੂੰ ਵਿਸਤਾਰ ਦੇ ਨਾਲ ਸਮਝਦੇ ਹਾਂ। ਹਿੰਦੂ ਸਮਾਜ ਬ੍ਰਾਹਮਣਾਂ, ਖੱਤਰੀਆਂ, ਵੈਸ਼ਿਆਂ ਅਤੇ ਸ਼ੂਦਰਾਂ ਵਿੱਚ ਵੰਡਿਆ ਹੋਇਆ ਸੀ। ਸਮਾਜ ਵਿੱਚ ਸਭ ਤੋਂ ਉੱਚਾ ਸਥਾਨ ਬ੍ਰਾਹਮਣਾਂ ਨੂੰ ਪ੍ਰਾਪਤ ਸੀ। ਦੇਸ਼ ਵਿੱਚ ਮੁਸਲਮਾਨਾਂ ਦਾ ਰਾਜ ਸਥਾਪਤ ਹੋਣ ਕਾਰਨ ਉਹਨਾਂ ਦੇ ਪ੍ਰਭਾਵ ਵਿੱਚ ਬੜੀ ਕਮੀ ਆ ਗਈ ਸੀ।
ਪਰ ਅਜੇ ਵੀ ਹਿੰਦੂਆਂ ਦੇ ਰੀਤੀ ਰਿਵਾਜ ਬ੍ਰਾਹਮਣਾਂ ਦੁਆਰਾ ਹੀ ਪੂਰੇ ਕੀਤੇ ਜਾਂਦੇ ਸਨ। ਉਹ ਆਪਣੀ ਇਸ ਸਥਿਤੀ ਦਾ ਬੜਾ ਲਾਭ ਚੁੱਕਦੇ ਸਨ। ਉਹਨਾਂ ਨੇ ਹਿੰਦੂਆਂ ਨੂੰ ਬੜੇ ਵਹਿਮਾਂ ਭਰਮਾਂ ਅਤੇ ਬੇਕਾਰ ਦੇ ਵਿਚਾਰਾਂ ਵਿੱਚ ਫਸਾ ਰੱਖਿਆ ਸੀ, ਤਾਂ ਕਿ ਉਹ ਆਪਣੀ ਮਰਜ਼ੀ ਨਾਲ ਉਹਨਾਂ ਕੋਲ ਪੈਸੇ ਮੁੱਚ ਸਕਣ। ਅਤੇ ਬ੍ਰਾਹਮਣ ਬੜੇ ਭ੍ਰਿਸ਼ਟਾਚਾਰੀ, ਲਾਲਚੀ ਅਤੇ ਦਗਾਬਾਜ਼ ਹੋ ਗਏ ਸਨ। ਉਹਨਾਂ ਦੇ ਜੀਵਨ ਦਾ ਮੁੱਖ ਉਦੇਸ਼ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਲੁੱਟਣਾ ਸੀ, ਕਿਉਂਕਿ ਹਿੰਦੂ ਲੋਕ ਉਹਨਾਂ ਨੂੰ ਹਿੰਦੂ ਧਰਮ ਦਾ ਜਾਣਕਾਰ ਮੰਨਦੇ ਸਨ ਅਤੇ ਸਮਝਦੇ ਸਨ ਕਿ ਹਿੰਦੂ ਧਰਮ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਹੈ। ਉਹ ਇਸੇ ਗੱਲ ਦਾ ਨਜਾਇਜ਼ ਫਾਇਦਾ ਚੁੱਕਦੇ ਸਨ। ਹਿੰਦੂ ਸਮਾਜ ਦੇ ਇੰਨਾ ਪਤਿਤ ਹੋ ਜਾਣ ਦਾ ਮੁੱਖ ਕਾਰਨ ਬ੍ਰਾਹਮਣਾਂ ਦੇ ਚਰਿੱਤਰਹੀਣ ਹੋ ਜਾਣਾ ਸੀ। ਦੂਜੀ ਸ਼੍ਰੇਣੀ ਸੀ ਖੱਤਰੀਆਂ ਦੀ, ਜਿਨ੍ਹਾਂ ਦਾ ਮੁੱਖ ਪੇਸ਼ਾ ਲੜਾਈਆਂ ਲੜਨਾ ਸੀ ਅਤੇ ਰਾਜ ਕਰਨਾ ਸੀ। ਪਰ ਹੁਣ ਪ੍ਰਸਥਿਤੀ ਕੰਡੀਸ਼ਨ ਬਦਲ ਚੁੱਕੀ ਸੀ ਅਤੇ ਉਹਨਾਂ ਨੂੰ ਹੁਣ ਨਵੇਂ ਜਿਸ ਤਰ੍ਹਾਂ ਦੁਕਾਨਦਾਰ, ਕਿਸਾਨੀ ਆਦਿ ਅਪਣਾ ਲਏ ਸਨ। ਵੈਸ਼, ਵਪਾਰ ਅਤੇ ਖੇਤੀਬਾੜੀ ਦਾ ਧੰਦਾ ਕਰਦੇ ਸਨ। ਖੱਤਰੀਆਂ ਅਤੇ ਵੈਸ਼ਾਂ ਦੀ ਹਾਲਤ ਠੀਕ ਸੀ। ਸ਼ੂਦਰਾਂ ਦੇ ਨਾਲ ਇਸ ਕਾਲ ਵਿੱਚ ਬਹੁਤ ਬੁਰਾ ਵਿਹਾਰ ਕੀਤਾ ਜਾਂਦਾ ਸੀ। ਉਹਨਾਂ ਦੇ ਘਰ ਪਿੰਡਾਂ ਤੋਂ ਬਾਹਰ ਹੁੰਦੇ ਸਨ। ਉਹਨਾਂ ਨੂੰ ਤੀਰਥ ਸਥਾਨਾਂ ਅਤੇ ਮੰਦਰਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ। ਉਹਨਾਂ ਨਾਲ ਜੇਕਰ ਵੱਡੀ ਜਾਤ ਦਾ ਕੋਈ ਇਨਸਾਨ ਛੂਹ ਜਾਂਦਾ ਸੀ ਤਾਂ ਉਸ ਚੀਜ਼ ਨੂੰ ਬੜੀ ਬੁਰਾ ਮੰਨਿਆ ਜਾਂਦਾ ਸੀ ਅਤੇ ਇਸ ਲਈ ਉਸ ਸ਼ੂਦਰ ਦੇ ਨਾਲ ਬੜਾ ਹੀ ਬੁਰਾ ਵਿਹਾਰ ਕੀਤਾ ਜਾਂਦਾ ਸੀ। ਹਿੰਦੂਆਂ ਦੀ ਇਹਨਾਂ 4 ਪ੍ਰਮੁੱਖ ਜਾਤੀਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਾਤੀਆਂ ਅਤੇ ਉਪਜਾਤੀਆਂ ਪਾਈਆਂ ਜਾਂਦੀਆਂ ਸਨ, ਕਿਉਂਕਿ ਪ੍ਰਾਚੀਨ ਸਮੇਂ ਤੋਂ ਹੀ ਪੰਜਾਬ ਵਿਦੇਸ਼ੀ ਹਮਲਿਆਂ ਦਾ ਸ਼ਿਕਾਰ ਰਿਹਾ ਹੈ। ਈਰਾਨੀ, ਯੂਨਾਨੀ, ਹੂਣ, ਕੁਸ਼ਾਣ, ਮੰਗੋਲ, ਤੁਰਕ, ਮੁਗਲ ਅਤੇ ਅਫਗਾਨ ਆਦਿ ਜਾਤੀਆਂ ਨੇ ਪੰਜਾਬ 'ਤੇ ਹਮਲੇ ਕੀਤੇ। ਉਹਨਾਂ ਵਿੱਚੋਂ ਕਈ ਹਮਲਾਵਰ ਪੰਜਾਬ ਵਿੱਚ ਵਸ ਗਏ। ਉਹਨਾਂ ਨੇ ਇੱਥੋਂ ਦੀਆਂ ਔਰਤਾਂ ਦੇ ਨਾਲ ਵਿਆਹ ਕਰ ਲਏ। ਇਸ ਕਾਰਨ ਕਈ ਜਾਤੀਆਂ ਅਤੇ ਉਪਜਾਤੀਆਂ ਹੋਂਦ ਵਿੱਚ ਆਈਆਂ। ਹਿੰਦੂਆਂ ਦੀਆਂ ਜਾਤੀਆਂ ਅਤੇ ਉਪਜਾਤੀਆਂ ਦੇ ਆਪਸੀ ਸੰਬੰਧ ਨਹੀਂ ਸਨ। ਉਹਨਾਂ ਦੇ ਰਸਮੋ ਰਿਵਾਜ ਵੀ ਅੱਡ-ਅੱਡ ਸਨ। ਬੱਚਿਓ, ਆਓ ਅਸੀਂ ਆਪਣਾ ਪਾਠ ਅੱਗੋਂ ਪੜ੍ਹਦੇ ਹਾਂ। ਸਾਡਾ ਅਗਲਾ ਟੌਪਿਕ ਹੈ ਭੋਜਨ, ਫੂਡ। ਹਿੰਦੂਆਂ ਦਾ ਭੋਜਨ ਸਾਦਾ ਅਤੇ ਵੈਸ਼ਨੋ ਹੁੰਦਾ ਸੀ। ਸਧਾਰਨ ਹਿੰਦੂ ਦੇ ਭੋਜਨ ਵਿੱਚ ਦਾਲਾਂ, ਸਬਜ਼ੀਆਂ, ਕਣਕ, ਚੌਲ, ਦੁੱਧ, ਦਹੀਂ, ਘਿਓ ਪ੍ਰਚਲਿਤ ਸੀ। ਉਹ ਲੋਕ ਰੋਟੀ ਤੋਂ ਬਿਨਾਂ ਖਿਚੜੀ ਖਾਣ ਦੇ ਵੀ ਸ਼ੌਕੀਨ ਸਨ। ਉਹ ਲੱਸੀ ਦੀ ਵਰਤੋਂ ਵੀ ਕਰਦੇ ਸਨ। ਚੌਂਕੇ ਦੀ ਸੁੱਚ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਸੀ। ਹਿੰਦੂ ਲੋਕ ਮਾਸ ਖਾਣਾ ਧਾਰਮਿਕ ਨਿਯਮਾਂ ਦੀ ਉਲੰਘਣਾ ਸਮਝਦੇ ਸਨ। ਨੀਵੀਆਂ ਜਾਤੀਆਂ ਦੇ ਲੋਕ ਮਾਸ ਖਾਂਦੇ ਸਨ, ਪਰ ਮਾਸ ਉਹਨਾਂ ਦੇ ਨਿੱਤ ਦੇ ਜੀਵਨ ਦਾ ਭਾਗ ਨਹੀਂ ਸੀ। ਉਹ ਲੋਕ ਸ਼ਰਾਬ, ਅਫੀਮ, ਭੰਗ, ਚਰਸ ਆਦਿ ਦੀ ਵਰਤੋਂ ਕਰਦੇ ਸਨ। ਸਾਡਾ ਅਗਲਾ ਟੌਪਿਕ ਹੈ ਪਹਿਰਾਵਾ, ਡਰੈਸ। ਹਿੰਦੂਆਂ ਦਾ ਪਹਿਰਾਵਾ ਮੁਸਲਮਾਨਾਂ ਨਾਲੋਂ ਵਧੀਆ ਨਹੀਂ ਸੀ। ਉਹ ਧੋਤੀ ਅਤੇ ਕੁਰਤਾ ਪਹਿਨਦੇ ਸਨ, ਸਿਰ ਉੱਤੇ ਪਗੜੀ ਬੰਨ੍ਹਦੇ ਸਨ। ਪੇਂਡੂ ਜਾਂ ਗਰੀਬ ਲੋਕ ਲੰਗੋਟੀ ਬੰਨ੍ਹ ਕੇ ਗੁਜ਼ਾਰਾ ਕਰ ਲੈਂਦੇ ਸਨ। ਉੱਚ ਘਰਾਣਿਆਂ ਦੇ ਲੋਕ ਰੇਸ਼ਮੀ ਅਤੇ ਰੰਗਦਾਰ ਕੱਪੜੇ ਪਹਿਨਦੇ ਸਨ। ਜ਼ਿਆਦਾਤਰ ਲੋਕ ਖਾਦੀ ਕੱਪੜੇ ਹੀ ਪਹਿਨਦੇ ਸਨ। ਹਿੰਦੂ ਇਸਤਰੀਆਂ ਆਮ ਤੌਰ 'ਤੇ ਸਲਵਾਰ, ਕਮੀਜ਼, ਦੁਪੱਟਾ ਆਦਿ ਦਾ ਪ੍ਰਯੋਗ ਕਰਦੀਆਂ ਸਨ। ਉਹ ਸਾੜੀ ਵੀ ਪਹਿਨਦੀਆਂ ਸਨ। ਪੇਂਡੂ ਇਸਤਰੀਆਂ ਕੇਵਲ ਇੱਕ ਲਾਂਗੜ ਦੀ ਧੋਤੀ ਹੀ ਪਹਿਨਦੀਆਂ ਸਨ। ਆਮ ਲੋਕ ਨੰਗੇ ਪੈਰ ਹੀ ਰਹਿੰਦੇ ਸਨ। ਬ੍ਰਾਹਮਣ ਮੱਥੇ ਉੱਤੇ ਜਾਤੀ ਚਿੰਨ੍ਹ ਯਾਨੀ ਕਿ ਤਿਲਕ ਲਗਾਉਂਦੇ ਸਨ। ਉਹ ਸੁਨਹਿਰੇ ਬਾਰਡਰ ਵਾਲੀ ਧੋਤੀ ਪਹਿਨਦਾ ਸੀ। ਸਾਧੂ ਅਤੇ ਯੋਗੀ ਆਪਣੇ ਹੇਠ ਵਿਛਾਉਣ ਲਈ ਹਿਰਨ ਦੀ ਖੱਲ ਰੱਖਦੇ ਸਨ। ਉਹ ਲੰਗੋਟ ਪਹਿਨ ਕੇ ਰੱਖਦੇ ਸਨ। ਉਹ ਸਿਰ ਖੁੰਨਾ ਕੇ ਕੰਨਾਂ ਵਿੱਚ ਮੁੰਦਰਾਂ ਪਹਿਨ ਕੇ ਘੁੰਮਦੇ ਫਿਰਦੇ ਸਨ। ਉਹਨਾਂ ਦੇ ਹੱਥ ਵਿੱਚ ਇੱਕ ਕਾਸਾ ਹੁੰਦਾ ਸੀ। ਸਾਡਾ ਨੈਕਸਟ ਟੌਪਿਕ ਹੈ ਮਨ ਪਰਚਾਵਾ। ਉਸ ਕਾਲ ਦੇ ਹਿੰਦੂਆਂ ਦੇ ਆਰਥਿਕ ਵਸੀਲੇ ਘੱਟ ਸਨ। ਕਿਰਤੀ ਹੋਣ ਕਾਰਨ ਉਹਨਾਂ ਨੂੰ ਵੇਲ ਵੀ ਘੱਟ ਹੀ ਮਿਲਦੀ ਸੀ। ਇਸ ਲਈ ਉਹਨਾਂ ਦੇ ਮਨ ਪਰਚਾਵੇ ਦੇ ਸਾਧਨ ਵੀ ਘੱਟ ਹੀ ਸਨ। ਉਹ ਜੂਆ ਖੇਡ ਕੇ ਮਨ ਪਰਚਾਵਾ ਕਰਦੇ ਸਨ।
ਉਹ ਮੌਸਮੀ ਤਿਉਹਾਰਾਂ 'ਤੇ ਜਾ ਕੇ ਵੀ ਮਨ ਪਰਚਾਵਾ ਕਰਦੇ ਸਨ। ਸਾਡਾ ਨੈਕਸਟ ਟੌਪਿਕ ਹੈ ਵਹਿਮ ਅਤੇ ਅਗਿਆਨਤਾ, ਸੁਪਰਸਟੀਸ਼ਨਸ ਐਂਡ ਇਗਨੋਰੈਂਸ। ਉਸ ਕਾਲ ਦੇ ਹਿੰਦੂਆਂ ਵਿੱਚ ਅਨਪੜ੍ਹਤਾ ਅਤੇ ਅਗਿਆਨਤਾ ਸੀ, ਇਸ ਲਈ ਉਹ ਲੋਕ ਝੂਠੇ ਰਿਵਾਜਾਂ ਅਤੇ ਧਰਮਾਂ ਵਿੱਚ ਫਸੇ ਹੋਏ ਸਨ। ਉਹ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਬਹੁ ਮੁੱਲੀਆਂ ਕੁਰਬਾਨੀਆਂ ਦਿੰਦੇ ਸਨ। ਉਹ ਲੋਕ ਜਾਦੂ, ਟੋਣਿਆਂ, ਤਵੀਤਾਂ, ਕਰਾਮਾਤਾਂ ਆਦਿ ਵਿੱਚ ਵਿਸ਼ਵਾਸ ਕਰਦੇ ਸਨ। ਸਾਡੇ ਨੈਕਸਟ ਟੌਪਿਕ ਹੈ ਇਸਤਰੀ ਦੀ ਦਿਸ਼ਾ, ਪੋਜੀਸ਼ਨ ਆਫ ਵਿਮਨ। ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਸਮਾਜ ਵਿੱਚ ਇਸਤਰੀ ਦੀ ਦਿਸ਼ਾ ਬੜੀ ਖਤਰਸਯੋਗ ਸੀ। ਲੜਕੀ ਦੇ ਜਨਮ ਤੋਂ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ। ਕਈ ਲੋਕ ਜੰਮਦੀ ਬੱਚੀ ਨੂੰ ਮਾਰ ਦਿੰਦੇ ਸਨ। ਲੜਕੀ ਨੂੰ ਛੋਟੀ ਉਮਰ ਵਿੱਚ ਵਿਆਹ ਦਿੱਤਾ ਜਾਂਦਾ ਸੀ। ਇੱਕ ਪਤੀ ਦੀ ਇੱਕ ਤੋਂ ਵੱਧ ਪਤਨੀਆਂ ਵੀ ਹੁੰਦੀਆਂ ਸਨ। ਉਸ ਵੇਲੇ ਸਤੀ ਵਰਗੀ ਭੈੜੀ ਰਸਮ ਵੀ ਪ੍ਰਚਲਿਤ ਸੀ। ਪਤੀ ਦੀ ਚਿਤਾ ਉੱਤੇ ਪਤਨੀ ਨੂੰ ਜਿਉਂਦਾ ਸੜਨਾ ਪੈਂਦਾ ਸੀ। ਇਸਤਰੀ ਯੋਗ ਥਾਂ ਸਹੁਰਾ ਘਰ ਹੀ ਸਮਝਿਆ ਜਾਂਦਾ ਸੀ। ਚਾਰ ਦੀਵਾਰੀ ਦੇ ਅੰਦਰ ਰਹਿਣਾ ਹੀ ਇਸ ਲਈ ਉਚਿਤ ਸਮਝਿਆ ਜਾਂਦਾ ਸੀ। ਉਸ ਨੂੰ ਬਾਹਰ ਜਾਂਦਿਆਂ ਪਰਦਾ ਕਰਨਾ ਪੈਂਦਾ ਸੀ। ਉਸ ਕਾਲ ਵਿੱਚ ਇਸਤਰੀ ਵਿੱਦਿਆ ਦਾ ਰਿਵਾਜ ਬਹੁਤ ਘੱਟ ਸੀ। ਬੱਚਿਓ, ਆਓ ਅਸੀਂ ਹੁਣ ਇਹਨਾਂ ਪੁਆਇੰਟਸ ਨੂੰ ਵਿਸਤਾਰ ਦੇ ਨਾਲ ਸਮਝਦੇ ਹਾਂ। ਹਿੰਦੂਆਂ ਦਾ ਭੋਜਨ ਸਾਦਾ ਹੁੰਦਾ ਸੀ। ਜ਼ਿਆਦਾਤਰ ਹਿੰਦੂ ਸ਼ਾਕਾਹਾਰੀ ਹੁੰਦੇ ਸਨ। ਉਹਨਾਂ ਦਾ ਭੋਜਨ ਕਣਕ, ਚੌਲ, ਸਬਜ਼ੀ, ਘਿਓ, ਦੁੱਧ, ਦਹੀਂ ਹੁੰਦਾ ਸੀ। ਉਹ ਮਾਂਸ, ਲਸਣ ਅਤੇ ਪਿਆਜ਼ ਇਸਤੇਮਾਲ ਨਹੀਂ ਕਰਦੇ ਸਨ। ਗਰੀਬ ਲੋਕ ਸਧਾਰਨ ਰੋਟੀ ਦੇ ਨਾਲ ਲੱਸੀ ਪੀ ਕੇ ਆਪਣਾ ਗੁਜ਼ਾਰਾ ਕਰਦੇ ਸਨ। ਹਿੰਦੂਆਂ ਦਾ ਪਹਿਰਾਵਾ ਬੜਾ ਸਾਦਾ ਹੁੰਦਾ ਸੀ। ਉਹ ਆਮ ਤੌਰ 'ਤੇ ਸੂਤੀ ਕੱਪੜੇ ਪਹਿਨਦੇ ਸਨ। ਪੁਰਸ਼ ਧੋਤੀ ਕੁਰਤਾ ਪਹਿਨਦੇ ਸੀ ਅਤੇ ਸਿਰ 'ਤੇ ਪਗੜੀ ਬੰਨ੍ਹਦੇ ਸਨ। ਬ੍ਰਾਹਮਣ ਸੁਨਹਿਰੀ ਬਾਰਡਰ ਵਾਲੀ ਧੋਤੀ ਪਾਉਂਦੇ ਸੀ ਅਤੇ ਮੱਥੇ 'ਤੇ ਤਿਲਕ ਲਗਾਉਂਦੇ ਸਨ, ਜੋ ਕਿ ਜਾਤੀ ਸੂਚਕ ਹੁੰਦਾ ਸੀ। ਔਰਤਾਂ ਸਾੜੀ, ਸਲਵਾਰ, ਕਮੀਜ਼, ਦੁਪੱਟਾ ਪਹਿਨਦੀਆਂ ਸਨ। ਅਮੀਰ ਲੋਕਾਂ ਦੇ ਤੇ ਉੱਚੇ ਘਰਾਣੇ ਦੇ ਲੋਕਾਂ ਦੇ ਕੱਪੜੇ ਰੇਸ਼ਮੀ ਅਤੇ ਰੰਗਦਾਰ ਹੋਇਆ ਕਰਦੇ ਸਨ। ਸਧਾਰਨ ਲੋਕ ਪੈਰਾਂ ਵਿੱਚ ਜੁੱਤੀ ਨਹੀਂ ਸਨ ਪਾਉਂਦੇ। ਸਾਧੂ ਲੋਕ ਲੰਗੋਟ ਹੀ ਪਹਿਨਦੇ ਸਨ ਅਤੇ ਵਿਛਾਉਣ ਲਈ ਹਿਰਨ ਦੀ ਖੱਲ ਦਾ ਪ੍ਰਯੋਗ ਕਰਦੇ ਸਨ। ਹਿੰਦੂ ਲੋਕਾਂ ਦੇ ਮਨੋਰੰਜਨ ਦੇ ਸਾਧਨ ਬਸ ਮੌਸਮੀ ਤਿਉਹਾਰ ਜਾਂ ਜੁਆ ਹੀ ਹੁੰਦੇ ਸਨ। ਉਸ ਸਮੇਂ ਦੇ ਹਿੰਦੂ ਅਗਿਆਨੀ ਅਤੇ ਅਸ਼ਿਕਸ਼ਿਤ ਹੋਣ ਦੇ ਕਾਰਨ ਕਈ ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸਾਂ ਨਾਲ ਘਿਰੇ ਹੋਏ ਸਨ। ਇਸਤਰੀਆਂ ਦੀ ਦਸ਼ਾ ਬੜੀ ਹੀ ਖਰਾਬ ਸੀ। ਲੜਕੀਆਂ ਨੂੰ ਜਨਮ ਹੁੰਦੇ ਹੀ ਮਾਰ ਦਿੱਤਾ ਜਾਂਦਾ ਸੀ ਅਤੇ ਉਹਨਾਂ ਦਾ ਛੋਟੀ ਉਮਰ ਵਿੱਚ ਵਿਆਹ ਕਰ ਦਿੱਤਾ ਜਾਂਦਾ ਸੀ। ਬਹੁ ਪਤਨੀ ਦਾ ਰਿਵਾਜ ਸੀ। ਇੱਕ ਪਤੀ ਕਈ ਪਤਨੀਆਂ ਰੱਖ ਸਕਦਾ ਸੀ। ਸਤੀ ਪ੍ਰਥਾ ਪ੍ਰਚਲਿਤ ਸੀ। ਪਤਨੀ ਨੂੰ ਪਤੀ ਦੀ ਚਿਤਾ ਵਿੱਚ ਹੀ ਜਿੰਦਾ ਸਾੜ ਦਿੱਤਾ ਜਾਂਦਾ ਸੀ। ਕਿਸੇ ਕਿਸਮ ਦੀ ਕੋਈ ਆਜ਼ਾਦੀ ਨਹੀਂ ਸੀ। ਘਰ ਤੋਂ ਬਾਹਰ ਨਹੀਂ ਨਿਕਲ ਸਕਦੀਆਂ ਸਨ। ਜੇਕਰ ਘਰ ਤੋਂ ਬਾਹਰ ਨਿਕਲਦੀਆਂ ਵੀ ਸਨ ਤਾਂ ਪਰਦਾ ਕਰਕੇ ਨਿਕਲਦੀਆਂ ਸਨ। ਕਹਿਣ ਤੋਂ ਭਾਵ ਹੈ ਕਿ ਬਹੁਤ ਹੀ ਮਾੜੀ ਹਾਲਤ ਸੀ। ਇਹ ਅੱਜ ਕੱਲ੍ਹ ਦੇ ਸਮੇਂ ਤਾਂ ਅਸੀਂ ਇਹੋ ਜਿਹੀ ਕਲਪਨਾ ਵੀ ਨਹੀਂ ਕਰ ਸਕਦੇ। ਬੱਚਿਓ, ਹੁਣ ਅੱਜ ਅਸੀਂ ਆਪਣੇ ਇਸ ਪਾਠ ਨੂੰ, ਜਿਸ ਦਾ ਨਾਮ ਹੈ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਨੂੰ, ਇੱਥੇ ਹੀ ਖਤਮ ਕਰਦੇ ਹਾਂ ਅਤੇ ਯਾਦ ਕਰਦੇ ਹਾਂ ਕਿ ਅਸੀਂ ਇਸ ਪਾਠ ਵਿੱਚ ਕੀ ਪੜ੍ਹਿਆ ਹੈ, ਕੀ ਸਮਝਿਆ ਅਤੇ ਕੀ ਸਿੱਖਿਆ ਹੈ। ਬੱਚੋ, ਅਸੀਂ ਆਪਣੇ ਇਸ ਪਾਠ ਵਿੱਚ ਪੜ੍ਹਿਆ ਕਿ ਉਸ ਸਮੇਂ ਸਾਡੇ ਪੰਜਾਬ ਵਿੱਚ ਲੋਧੀ ਸੁਲਤਾਨਾਂ ਦਾ ਰਾਜ ਸੀ ਔਰ ਤਦ ਦੇ ਸੁਲਤਾਨਾਂ ਦੇ ਮੂੰਹਾਂ 'ਚੋਂ ਨਿਕਲੀ ਗੱਲ ਹੀ ਕਾਨੂੰਨ ਹੋਇਆ ਕਰਦੀ ਸੀ ਅਤੇ ਕਿਸੇ ਕਿਸਮ ਦੀ ਕੋਈ ਆਜ਼ਾਦੀ ਨਹੀਂ ਸੀ। ਕੋਈ ਆਪਣੀ ਮਰਜ਼ੀ ਨਹੀਂ ਕਰ ਸਕਦਾ ਸੀ, ਆਪਣੇ ਧਰਮ ਦਾ ਪਾਲਣ ਨਹੀਂ ਕਰ ਸਕਦਾ ਸੀ। ਜਨਤਾ ਨੂੰ ਗੁਲਾਮਾਂ ਜਿਹਾ ਸਲੂਕ ਕੀਤਾ ਜਾਂਦਾ ਸੀ। ਹਰ ਸਮੇਂ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ ਅਤੇ ਲੋਕਾਂ ਦੇ ਜੀਵਨ ਵਿੱਚ ਜਾਂ ਤਾਂ ਲੜਾਈਆਂ ਸੀ ਅਤੇ ਜਾਂ ਫਿਰ ਸ਼ਾਸਕਾਂ ਦਾ ਜ਼ੁਲਮ ਸੀ। ਬੱਚਿਓ, ਅੱਜ ਅਸੀਂ ਲੋਕਤੰਤਰੀ ਪ੍ਰਣਾਲੀ ਵਿੱਚ ਜੀ ਰਹੇ ਹਾਂ। ਸਾਡੇ ਦੇਸ਼ ਵਿੱਚ ਲੋਕਤੰਤਰ ਹੈ। ਅਸੀਂ ਆਪਣੀ ਮਰਜ਼ੀ ਨਾਲ ਕਿਤੇ ਵੀ ਰਹਿ ਸਕਦੇ ਹਾਂ, ਖਾ ਸਕਦੇ ਹਾਂ, ਪੀ ਸਕਦੇ ਹਾਂ, ਪੜ੍ਹ ਸਕਦੇ ਹਾਂ, ਕਿਸੇ ਕਿਸਮ ਦੀ ਵੀ ਪੜ੍ਹਾਈ ਕਰ ਸਕਦੇ ਹਾਂ ਅਤੇ ਆਪਣੀ ਮਿਹਨਤ ਨਾਲ ਵਧੀਆ ਪਰਸੈਂਟੇਜ ਲੈ ਕੇ ਕੋਈ ਵੀ ਨੌਕਰੀ ਹਾਸਲ ਕਰ ਸਕਦੇ ਹਾਂ ਅਤੇ ਦੇਸ਼ ਦੀ ਕਿਸੇ ਵੀ ਪੋਸਟ ਉੱਤੇ ਅਸੀਂ ਜਾ ਸਕਦੇ ਹਾਂ। ਸਾਡਾ ਜੀਵਨ ਹੈ, ਅਸੀਂ ਜਿਸ ਤਰ੍ਹਾਂ ਮਰਜ਼ੀ ਇਸ ਨੂੰ ਜੀ ਸਕਦੇ ਹਾਂ। ਇਸ ਲਈ ਬੱਚਿਓ, ਤੁਹਾਨੂੰ ਉਦੋਂ ਦੇ
ਤੇ ਅੱਜ ਦੇ ਮਾਹੌਲ ਨੂੰ ਦੇਖਦੇ ਹੋਏ ਤੇ ਹਾਲਾਤਾਂ ਨੂੰ ਦੇਖਦੇ ਹੋਏ ਲਾਭ ਚੁੱਕਣਾ ਚਾਹੀਦਾ ਹੈ ਤੇ ਚੰਗਾ ਪੜ੍ਹ ਕੇ ਚੰਗਾ ਮੁਕਾਮ ਹਾਸਲ ਕਰਨਾ ਚਾਹੀਦਾ ਹੈ। ਦੂਸਰਾ ਜੋ ਟੌਪਿਕ ਇਸ ਲੈਸਨ ਵਿੱਚ ਅਸੀਂ ਪੜ੍ਹਿਆ ਉਹ ਸੀ ਸਮਾਜਿਕ ਦਸ਼ਾ। ਅਸੀਂ ਸਮਾਜਿਕ ਦਸ਼ਾ ਵਿੱਚ ਪੜ੍ਹਿਆ ਕਿ ਲੋਕਾਂ ਦੇ ਨਾਲ ਕਿੰਨਾ ਬੁਰਾ ਵਿਵਹਾਰ ਕੀਤਾ ਜਾਂਦਾ ਸੀ। ਸਮਾਜ ਕਿਸ ਤਰ੍ਹਾਂ ਧਰਮਾਂ ਅਤੇ ਜਾਤੀਆਂ ਵਿੱਚ ਵੰਡਿਆ ਹੋਇਆ ਸੀ। ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਅਸੀਂ ਅੱਜ ਦੇ ਸਮਾਜ ਵਿੱਚ ਜਨਮ ਲਿਆ ਹੈ, ਜਿੱਥੇ ਕੋਈ ਵੀ ਆਪਣੇ ਅਨੁਸਾਰ ਕਿਸੇ ਕਿਸਮ ਤਰੀਕੇ ਵੀ ਰਹਿ ਸਕਦਾ ਹੈ। ਉਹਨੂੰ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਹੈ। ਉਹ ਕਿਧਰੇ ਵੀ ਜਾ ਸਕਦਾ ਹੈ, ਕਿਧਰੇ ਵੀ ਰਹਿ ਸਕਦਾ ਹੈ, ਕਿਧਰੇ ਕੁਝ ਵੀ ਕਰ ਸਕਦਾ ਹੈ। ਔਰਤਾਂ ਦੇ ਜਿਸ ਤਰ੍ਹਾਂ ਕਿ ਅਸੀਂ ਉਸ ਲੈਸਨ ਵਿੱਚ ਪੜ੍ਹਿਆ ਕਿ ਔਰਤਾਂ ਨਾਲ ਕਿੰਨੀ ਜਿਹੜੀ ਬਦਸਲੂਕੀ ਕੀਤੀ ਜਾਂਦੀ ਸੀ, ਉਹਨਾਂ ਨੂੰ ਕਿਸੇ ਕਿਸਮ ਦੀ ਆਜ਼ਾਦੀ ਨਹੀਂ ਸੀ। ਉਹ ਚੀਜ਼ਾਂ ਤਾਂ ਅੱਜ ਕੱਲ੍ਹ ਬਿਲਕੁਲ ਹੀ ਨਹੀਂ ਹੈ। ਹਰ ਇੱਕ ਨੂੰ ਆਪਣੇ ਧਰਮ ਨੂੰ ਮੰਨਣ ਦੀ ਆਜ਼ਾਦੀ ਹੈ। ਬੱਚੋ ਤੁਸੀਂ ਆਪਣੀ ਕਲਾਸ ਵਿੱਚ ਹੀ ਵੇਖਿਆ ਹੋਵੇਗਾ ਕਿ ਕਮਰੇ ਵਿੱਚ ਤੁਸੀਂ ਸਾਰੇ ਬੱਚੇ ਜਿਹੜੇ ਹੋ ਇਕੱਠੇ ਬੈਠਦੇ ਹੋ, ਇਕੱਠੇ ਬਹਿ ਕੇ ਮਿਲ ਕੇ ਪੜ੍ਹਦੇ ਹੋ। ਕਿਸੇ ਦੇ ਨਾਲ ਕਿਸੇ ਕਿਸਮ ਦਾ ਵੀ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਜੋ ਬੱਚਾ ਜਿੰਨਾ ਹੁਸ਼ਿਆਰ ਹੁੰਦਾ ਹੈ ਉਹਨੇ ਨੰਬਰ ਜਿਹੜੇ ਹੈ ਲੈਂਦਾ ਹੈ। ਉਸ ਨਾਲ ਹੀ ਜਾਤੀ, ਧਰਮ, ਰੰਗ, ਲਿੰਗ, ਅਮੀਰ ਗਰੀਬ ਨੂੰ ਵੇਖ ਕੇ ਕਿਸੇ ਕਿਸਮ ਦਾ ਕੋਈ ਭੇਦਭਾਵ ਜਿਹੜਾ ਹੈ ਉਹ ਨਹੀਂ ਕੀਤਾ ਜਾਂਦਾ। ਸਭ ਨੂੰ ਇੱਕੋ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ। ਹਰ ਇੱਕ ਦਾ ਜਿਹੜਾ ਹੈ ਉਸ ਨੂੰ ਉਸ ਦੀ ਪੜ੍ਹਾਈ ਦੇ ਉੱਤੇ ਹੀ ਉਸ ਨੂੰ ਜਿਹੜਾ ਹੈ ਸਮਝਿਆ ਜਾਂਦਾ ਹੈ। ਉਸ ਨੂੰ ਕਿਸੇ ਦੂਸਰੀ ਗੱਲ ਦੇ ਪੱਖੋਂ ਜਿਹੜਾ ਹੈ ਕੋਈ ਵਧੀਆ ਅਹੁਦਾ ਜਿਹੜਾ ਹੈ ਉਹ ਨਹੀਂ ਦਿੱਤਾ ਜਾਂਦਾ। ਠੀਕ ਹੈ ਬੱਚਿਓ, ਅਸੀਂ ਇਸ ਪਾਠ ਵਿੱਚ ਪੜ੍ਹਿਆ ਅਤੇ ਸਮਝਿਆ ਕਿ ਇਹ ਜੋ ਸਾਨੂੰ ਆਜ਼ਾਦੀ ਮਿਲੀ ਹੈ, ਇਹ ਜੋ ਸਾਨੂੰ ਮਾਹੌਲ ਮਿਲਿਆ ਹੈ, ਇਹ ਸਾਨੂੰ ਬੜੇ ਕਸ਼ਟਾਂ ਤੋਂ ਬਾਅਦ ਮਿਲਿਆ ਹੈ। ਹੁਣ ਤੁਸੀਂ ਇਸ ਮਾਹੌਲ ਦਾ ਚੰਗੀ ਤਰ੍ਹਾਂ ਫਾਇਦਾ ਚੁੱਕ ਕੇ ਵਧੀਆ ਪੜ੍ਹਾਈ ਕਰਕੇ ਅਤੇ ਚੰਗਾ ਮੁਕਾਮ ਹਾਸਲ ਕਰਨਾ ਹੈ। ਬੱਚਿਓ ਤੁਸੀਂ ਇਸ ਆਡੀਓ ਨੂੰ ਧਿਆਨ ਦੇ ਨਾਲ ਸੁਣ ਕੇ ਅਤੇ ਈ-ਬੁੱਕ ਦੇ ਪੇਜ ਨੰਬਰ 14-15 ਨੂੰ ਪੜ੍ਹ ਕੇ ਮੇਰੇ ਦੁਆਰਾ ਪੁੱਛੇ ਪ੍ਰਸ਼ਨਾਂ ਦੇ ਉੱਤਰ ਮੇਰੇ ਪਰਸਨਲ ਨੰਬਰ 'ਤੇ ਭੇਜਣੇ ਹੈ ਅਤੇ ਆਪਣੀ ਕਾਪੀ 'ਤੇ ਲਿਖਣੇ ਹਨ। ਤੁਹਾਡੇ ਪ੍ਰਸ਼ਨ ਹਨ, ਪਹਿਲੇ ਦੋ ਜੋ ਹੈ ਉਹ ਬਹੁ ਵਿਕਲਪੀ ਹਨ। ਪਹਿਲਾ ਹੈ ਉਸ ਸਮੇਂ ਦਾ ਸਮਾਜ ਡੈਸ਼ ਵਿੱਚ ਵੰਡਿਆ ਹੋਇਆ ਸੀ। ਇਸ ਦੇ 4 ਆਪਸ਼ਨਸ ਤੁਹਾਨੂੰ ਦਿੱਤੇ ਗਏ ਨੇ, ਜੋ ਸਹੀ ਲੱਗੇ ਤੁਸੀਂ ਉਸ ਉੱਤੇ ਟਿਕ ਕਰਨਾ ਹੈ। ਨੈਕਸਟ ਹੈ ਬ੍ਰਾਹਮਣਾਂ ਨੇ ਹਿੰਦੂ ਲੋਕਾਂ ਨੂੰ ਡੈਸ਼ ਵਿੱਚ ਫਸਾ ਦਿੱਤਾ ਸੀ। ਇਸ ਦੇ ਵੀ 4 ਆਪਸ਼ਨਸ ਨੇ, ਤੁਸੀਂ ਸਹੀ ਆਪਸ਼ਨ ਉੱਤੇ ਟਿਕ ਕਰਨਾ ਹੈ। ਅੱਗੇ 2 ਫਿਲਪਸ ਨੇ ਲਗਾਨ ਵਸੂਲਣ ਵਿੱਚ ਡੈਸ਼ 'ਤੇ ਬੜੀ ਸਖਤੀ ਕੀਤੀ ਜਾਂਦੀ ਸੀ। ਚੌਥਾ ਹੈ ਹਿੰਦੂਆਂ ਦੀ ਡੈਸ਼ ਅਤੇ ਡੈਸ਼ ਵਿੱਚ ਆਪਸੀ ਸੰਬੰਧ ਨਹੀਂ ਸੀ। ਪੰਜਵਾਂ ਹੈ ਉੱਚੇ ਘਰਾਣੇ ਦੇ ਲੋਕ ਰੇਸ਼ਮੀ ਅਤੇ ਰੰਗਦਾਰ ਕੱਪੜੇ ਪਾਉਂਦੇ ਸਨ। ਤੁਸੀਂ ਇਹ ਸਟੇਟਮੈਂਟ ਸਹੀ ਹੈ ਜਾਂ ਗਲਤ ਲਿਖਣਾ ਹੈ। ਥੈਂਕ ਯੂ ਬੇਟਾ ਜੀ।